ਵਾਹਿਗੁਰੂ ਸਾਹਿਬ ਜੀ। ਦੀਦਨੇ ਦੀਦਾਰ ਸਾਹਿਬ, ਕਛ ਨਹੀਂ ਇਸ ਕਾ ਮੋਲ। ਪਾਕ ਪਰਬਿਦਗਾਰ ਤੂੰ, ਖੁਦ ਖਸਮ ਵੱਡਾ ਅਤੋਲ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਬਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਾਹ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੋ ਇਹ ਬਥ ਦੇ। ਜਗ ਮਹਿ ਊਤਮ ਕਾਂਡੀਐ, ਵਿਰਲੇ ਕੇਈ ਕੇ। ਜਿਨ੍ਹਾ ਨ ਵਿਸਰੈ ਨਾਮ, ਸੇ ਕਿਨੇਹਿਆ। ਭੇਦ ਨ ਜਾਣਹੁ ਮੂਲ, ਸਾਈਂ ਜੇਹਿਆ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾਨ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਮੰਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਮੰਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ, ਪਾਵਨ ਪਵਿੱਤਰ ਤਖਤ ਸਾਹਿਬ ਜੀ ਵਿਖੇ ਸੋਭਾਇਮਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ
ਧੰਨ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਅੰਮ੍ਰਿਤ ਵੇਲੇ ਦੇ ਸੁੰਦਰ ਦਰਬਾਰ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੇ ਨੀਲੇ ਦੇ ਸ਼ਾਹ ਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਖਾਲਸਾ ਪੰਥ ਜੀ ਦੇ ਚੌਥੇ ਮਹਾਨ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਸਤਸੰਗੀ ਜਨੋਂ ਬੜੇ ਉਦਮ ਕਰਕੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਪਹੁੰਚ ਕਰਕੇ ਸਨਮਾਨਯੋਗ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਰੱਬੀ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ। ਉਪਰੰਤ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਵਿਚਾਰ ਦੀ ਲੜੀ ਤਹਿਤ ਆਪ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ 12ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਰਾਹੀਂ ਪੌੜੀ ਦੇ ਵਿੱਚ ਕੀ ਸੇਧ ਕੀ ਸੋਝੀ ਪ੍ਰਦਾਨ ਕਰ ਰਹੇ ਨੇ। ਆਓ ਜਿੱਥੇ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ ਕੁਝ ਸਮੇਂ ਵਾਸਤੇ ਬਾਣੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਰੀਰਕ ਤੌਰ ਤੇ ਬੜੇ ਉਦਮ ਕਰਕੇ ਪਹੁੰਚੇ ਹੋ। ਇਉਂ ਲੱਗਦਾ ਸੀ ਕਿਉਂਕਿ ਬਹੁਤ ਮੀਂਹ ਪਿਆ ਰਾਤ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਪਾਣੀ ਭਰਿਆ ਪਿਆ ਵੀ ਸ਼ਾਇਦ ਅੱਜ ਗਿਣਤੀ ਗੁਰਮੁਖਾਂ ਦੀ ਸੰਗਤ ਦੀ ਘੱਟ ਹੋਵੇ, ਪਰ ਤਨਤਾ ਜੋਗ ਗੁਰੂ ਨਾਲ ਪਿਆਰ ਰੱਖਦੇ ਹੋਏ ਉਦਮ ਕਰਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ 'ਚ ਪਹੁੰਚੇ ਹੋ। ਆਓ ਸੁਰਤੀਆਂ ਬਿਰਤੀਆਂ ਕਰਕੇ ਵੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ ਮਨ ਦੀ ਇਕਾਗਰਤਾ ਵਾਸਤੇ ਔਰ ਸਭਨਾਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਪ੍ਰਵਾਨ ਹੋ ਜਾਏ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਸਤਿਗੁਰੂ ਜੀ ਸੁਣਿਆਂ ਦੀਆਂ 4 ਪੌੜੀਆਂ ਉਪਰੰਤ ਕੱਲ ਤੱਕ ਆਪਾਂ ਨੇ ਸੁਣਿਆਂ ਦੀਆਂ 4 ਪੌੜੀਆਂ ਦਾ ਜੋ ਮਹਾਤਮ ਹੈ, ਜੋ ਉਹਨਾਂ ਦਾ ਫਲ ਹੈ, ਸੁਣਨ ਦਾ ਜੋ ਫਲ ਪ੍ਰਾਪਤ ਹੁੰਦਾ ਹੈ ਪੌਂਟੈਸਾ, ਉਹਦਾ ਜ਼ਿਕਰ ਮਹਾਰਾਜ ਨੇ ਖੁੱਲ੍ਹ ਕੇ ਕੀਤਾ ਹੈ। ਕਿੱਥੋਂ ਕਿੱਥੋਂ ਤੱਕ ਪ੍ਰਾਪਤੀਆਂ ਹੋ ਸਕਦੀਆਂ ਨੇ ਜੇ ਧਿਆਨ ਨਾਲ ਸਾਵਧਾਨਤਾ ਨਾਲ ਇਕਾਗਰਤਾ ਨਾਲ ਪਰਮੇਸ਼ਰ ਦੇ ਨਾਮ ਨੂੰ ਗੁਰੂ ਦੇ ਸ਼ਬਦ ਨੂੰ ਸੁਣਿਆ ਜਾਏ। ਹੁਣ ਅਗਲਾ ਜਿਹੜਾ ਸਟੈਪ ਹੈ, ਅਗਲੀ ਜਿਹੜੀ ਪੌੜੀ ਹੈ ਔਰ ਮਹਾਰਾਜ ਉੱਥੇ ਮੰਨੇ ਸ਼ਬਦ ਦੀਆਂ ਹੁਣ 4 ਪੌੜੀਆਂ ਬਖਸ਼ਿਸ਼ ਕਰ ਰਹੇ ਨੇ ਔਰ ਬੜੇ ਧਿਆਨ ਦੀ ਲੋੜ ਹੈ ਅੱਜ, ਕਿਉਂਕਿ ਅਸੀਂ ਆਮ ਤੌਰ ਤੇ 4 ਪੌੜੀਆਂ ਦੇ ਵਿੱਚ ਜਿਹੜਾ ਮੰਨਾ ਸ਼ਬਦ ਹੈ ਉਹਦਾ ਉਚਾਰਨ ਇੱਕੋ ਹੀ ਲਹਿਜੇ 'ਚ ਕਰਦੇ ਹਾਂ। ਯਾਦ ਰੱਖਿਓ ਗੁਰਮੁਖੋ, ਬਹੁਤ ਸੂਖਮ ਭੇਦ ਹੈ, ਬਹੁਤ ਬਾਰੀਕੀ ਦਾ ਭੇਦ ਹੈ। ਤੁਸੀਂ ਜਿਨ੍ਹਾਂ ਦੇ ਨੋਟਿਸ ਵਿੱਚ ਹੈ ਮੁਬਾਰਕ ਹੈ, ਜਿਨ੍ਹਾਂ ਨੇ ਸ਼ਾਇਦ ਇਸ ਪਾਸੇ ਹਾਲੇ ਧਿਆਨ ਨਹੀਂ ਦਿੱਤਾ, ਕਥਾ ਤੋਂ ਬਾਅਦ ਧਿਆਨ ਦਿਓ। ਗੁੱਟ ਕੇ ਚੁੱਕ ਕੇ ਤੁਸੀਂ ਦਰਸ਼ਨ ਕਰਿਓ ਜਪਜੀ ਸਾਹਿਬ ਜੀ ਦੀਆਂ ਇਹਨਾਂ ਪੌੜੀਆਂ ਦੇ। 4 ਪੌੜੀਆਂ ਮਹਾਰਾਜ ਨੇ ਬਖਸ਼ੀਆਂ ਨੇ ਔਰ ਜਿਹੜੀ ਸਭ ਤੋਂ ਪ੍ਰਥਮ ਪੌੜੀ ਹੈ, ਪਹਿਲੀ ਪੌੜੀ ਹੈ, 12 ਨੰਬਰ ਪੌੜੀ ਹੈ। 12, 13, 14 ਤੇ 15 ਇਹ 5 ਪੌੜੀਆਂ ਨੇ, 4 ਪੌੜੀਆਂ ਨੇ ਮੰਨੇ ਦੀਆਂ। ਜਿਹੜੀ ਪਹਿਲੀ ਪੌੜੀ ਹੈ ਇਹਦੇ ਵਿੱਚ ਜਿਹੜਾ ਸ਼ਬਦ ਵਰਤਿਆ ਮਹਾਰਾਜ ਨੇ ਮੰਨੇ ਵਰਤਿਆ ਹੈ। ਮੰਮੇ ਨੂੰ ਟਿੱਪੀ ਹੈ, ਨੰਨੇ ਨੂੰ ਲਾਂ ਹੈ, ਸਿਰਫ 1 ਲਾਂ, 2 ਲਾਵਾਂ ਨਹੀਂ ਹੈਗੀਆਂ, 1 ਲਾਂ ਹੈ। ਇਹਦਾ ਉਚਾਰਨ 1 ਲਾਂ ਲਾ ਕੇ ਹੀ ਕਰਨਾ। ਮੰਨੇ ਸ਼ਬਦ ਦਾ ਉਚਾਰਨ ਮੰਨੇ ਹੀ ਹੋਣਾ ਚਾਹੀਦਾ ਹੈ। ਕਈ ਵਾਰੀ ਅਸੀਂ ਇਹਦਾ ਉਚਾਰਨ ਵੀ ਮੰਨਾ ਹੀ ਕਰੀ ਜਾਂਦੇ ਹਾਂ 2 ਲਾਵਾਂ ਲਾ ਕੇ। ਤੇ ਇਹ ਤੋਂ ਬਾਅਦ ਜਿਹੜੀਆਂ ਅਗਲੀਆਂ 3 ਪੌੜੀਆਂ ਨੇ ਉਹਨਾਂ ਦੇ ਵਿੱਚ ਸ਼ਬਦ ਹੈ ਮੰਨੈ, ਮੰਮੇ ਨੂੰ ਟਿੱਪੀ ਹੈ, ਨੰਨੇ ਨੂੰ 2 ਲਾਵਾਂ ਨੇ
ਤਿੰਨੇ ਪੌੜੀਆਂ ਦੇ ਵਿੱਚ ਨੰਨੇ ਨੂੰ 2 ਲਾਵਾਂ ਨੇ ਤੇ ਅਸੀਂ ਉੱਥੇ ਜਾਂ ਤਾਂ ਮੰਨੇ ਹੀ ਪੜ੍ਹੀ ਜਾਂਦੇ ਆ। ਮੇਰਾ ਕਹਿਣ ਤੋਂ ਭਾਵ ਵੀ ਜਿਨ੍ਹਾਂ ਦੀ ਜਿੱਥੇ ਪੱਕ ਗਈ, ਜੇ ਤਾਂ ਮੰਨੇ ਪੱਕ ਗਈ, ਜ਼ੋਰ ਲਾ ਲਓ ਉਹਨਾਂ ਨੇ ਉਹਦਾ ਉਚਾਰਨ ਮੰਨੇ ਹੀ ਕਰਨਾ ਹੈ। ਬਾਕੀ ਦੀਆਂ 3 ਪੌੜੀਆਂ ਦੇ ਵਿੱਚ ਜਿਹੜਾ ਸ਼ਬਦ ਮੰਨਾ ਆਇਆ ਹੈ, ਤੇ ਜੇ ਉਹ ਮੰਨਾ ਪੱਕ ਗਿਆ ਤੇ ਪਹਿਲੀ ਪੌੜੀ ਦੇ ਵਿੱਚ ਵੀ ਉਹਨਾਂ ਨੇ ਵੈਸੇ ਹੀ ਉਚਾਰਨ ਕਰਨਾ, ਜਦੋਂ ਕਿ ਇਹ ਸੂਖਮ ਭੇਦ ਹੈ ਔਰ ਬਹੁਤ ਵੱਡਾ ਅੰਤਰ ਹੈ ਇਹਦੇ ਵਿੱਚ। ਜ਼ਿਆਦਾਤਰ ਕਈ ਵਾਰੀ ਬੰਦਾ ਕਹਿੰਦਾ ਲਓ 1 ਲਾਂ ਲਾਤੀ ਕਿ 2 ਲਾਤੀ, ਉੱਥੇ ਮੰਨੇ ਹੈ ਤੇ ਇੱਥੇ ਮੰਨਾ ਹੈ, ਤੇ ਇਤਨਾ ਕੁ ਫਰਕ ਹੈ। ਸ਼ਾਇਦ ਇੱਥੇ ਬਹੁਤਾ ਜ਼ੋਰ ਨਹੀਂ ਲਾਉਣਾ ਚਾਹੀਦਾ, ਮੈਂ ਸਮਝਦਾ ਇੱਥੇ ਹੀ ਜ਼ੋਰ ਲਾਉਣਾ ਚਾਹੀਦਾ ਬਸ। ਆਹ ਚੀਜ਼ ਦਾ ਜੇ ਤੁਹਾਨੂੰ ਫਰਕ ਸਮਝ ਆ ਗਿਆ ਤੇ ਵੱਖਰੇ ਤਰ੍ਹਾਂ ਦਾ ਆਨੰਦ ਪ੍ਰਾਪਤ ਹੋਵੇਗਾ। ਮੰਨੈ ਦੋਲ, ਦੇਖੋ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਲਾਵਾਂ ਦੁਲਾਵਾਂ ਬਿੰਦੀਆਂ ਟਿੱਪੀਆਂ ਔਂਕੜ ਦਲੈਂਕੜ ਹੋੜੇ ਕਨੌੜਿਆਂ ਦਾ ਬਹੁਤ ਧਿਆਨ ਰੱਖਿਆ ਬਾਣੀ ਦੇ ਵਿੱਚ। ਆਪਾਂ ਨੂੰ ਤਾਂ ਇਹ ਗੱਲ ਮੰਨ ਕੇ ਚੱਲਣਾ ਚਾਹੀਦਾ ਹੈ ਵੀ ਜਿਸ ਤਰ੍ਹਾਂ ਬਾਣੀ ਲਿਖੀ ਹੋਈ ਹੈ ਔਰ ਉਸੇ ਤਰ੍ਹਾਂ ਪੜ੍ਹੀ ਹੈ, ਸ਼ੁੱਧ ਉਚਾਰਨ ਕਰੀਏ ਤੇ ਅਸੀਂ ਤੇ ਲਾਂ ਦੁਲਾਂ ਵੀ ਵੱਧ ਘੱਟ ਕਰੀਏ ਨਾ, ਅਣਗਹਿਲੀ ਚ ਨਾ ਕਰੀਏ, ਜਾਣ ਬੁੱਝ ਕੇ ਨਾ ਕਰੀਏ, ਧਿਆਨ ਰੱਖੀਏ, ਸ਼ੁੱਧ ਪਾਠ ਕਰੀਏ ਤੇ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ। ਮਾਫੀ ਦੇਣੀ ਜੇ ਸ਼ੁੱਧ ਪਾਠ ਨਹੀਂ ਕਰਾਂਗੇ ਨਾ, ਗੁਰੂ ਕੀ ਨਾਰਾਜ਼ਗੀ ਹੁੰਦੀ ਹੈ। 10ਵੇਂ ਪਾਤਸ਼ਾਹ ਦੇ ਸਥਾਨ ਤੇ ਬੈਠੋ, ਤੁਸਾਂ ਨੇ ਪ੍ਰਸੰਗ ਸਰਵਣ ਕੀਤੇ ਨੇ ਵੀ ਇੱਕ ਵਾਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਤੇ ਉਦੋਂ ਥੋੜੀ ਜਿਹੀ ਵਿੱਥ ਤੇ ਇੱਕ ਸਿੱਖ ਪਾਠ ਕਰ ਰਿਹਾ ਸੀ ਤੇ ਦੱਖਣੀ ਓੰਕਾਰ ਦਾ ਉਹਦੇ ਚ ਤੁਕ ਆਉਂਦੀ ਸੀ ਵੀ ਕੈ ਜਾਣੈ ਗੁਰਸੂਰਾ, ਕਰਤੇ ਕੀ ਮਿਤ ਕਰਤਾ ਜਾਣੈ ਔਰ ਕੈ ਜਾਣੈ ਗੁਰਸੂਰਾ। ਇਹ ਹੈ ਹੁਣ ਉੱਥੇ ਉਹ ਜਿਹੜਾ ਕੇ ਪੜ੍ਹੀ ਜਾ ਰਿਹਾ ਸੀ, ਕਰਤੇ ਕੀਮਤ ਕਰਤਾ ਜਾਣੈ ਕੇ ਜਾਣੈ ਗੁਰਸੂਰਾ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਭਾਈ ਜਿਹੜਾ ਉਹ ਸਿੱਖ ਪਾਠ ਕਰ ਰਿਹਾ ਨਾ, ਇਹਨੂੰ ਆਖੋ ਵੀ ਉੱਠ ਕੇ ਪਰਾਂ ਚਲਾ ਜਾਏ। ਸਿੱਖ ਬੜੇ ਹੈਰਾਨ ਹੋਏ ਵੀ ਕਮਾਲ ਹੋ ਗਈ ਆ ਤਾਂ, ਵੀ ਮਹਾਰਾਜ ਪਾਠ ਕਰਨ ਵਾਲੇ ਨੂੰ ਉਠਾਲ ਕੇ ਕਹਿੰਦੇ ਨੇ ਪਰਾਂ ਚਲਾ ਜਾਏ। ਉਹ ਚਲੋ ਉੱਠ ਕੇ ਥੋੜਾ ਜਿਹਾ ਪਰਾਂ ਗਿਆ, ਉਹ ਫਿਰ ਪੜਨ ਲੱਗਿਆ। ਪੜਦਾ ਉਹੀ ਸੀਗਾ ਕਿਉਂਕਿ ਪੱਕਿਆ ਹੋਇਆ ਸੀਗਾ। ਮਹਾਰਾਜ ਨੇ ਫਿਰ ਆਵਾਜ਼ ਮਾਰੀ, ਕਹਿੰਦੇ ਇਹਨੂੰ ਕਹਿ ਦੋ ਉੱਠ ਕੇ ਪਰਾਂ ਚਲਾ ਜਾਏ। ਤੇ ਇੱਥੋਂ ਤੱਕ ਵੀ ਜ਼ਿਕਰ ਆਉਂਦਾ ਹੈ ਵੀ ਜਦੋਂ ਫਿਰ ਉਹੀ ਪੜ ਰਿਹਾ ਸੀ, ਮਹਾਰਾਜ ਨੇ ਆਖਿਆ ਵੀ ਜਾ ਕੇ ਤੇ ਕੰਨ ਤੇ ਚਪੇੜ ਮਾਰੋ। ਤੇ ਸਿੱਖ ਬੜੇ ਹੈਰਾਨ ਹੋਏ ਵੀ ਪਾਠ ਕਰਦਿਆਂ ਨੂੰ ਚਪੇੜਾਂ ਮਹਾਰਾਜ ਮਰਵਾਉਣ ਲੱਗ ਪਏ ਨੇ। ਸਗੋਂ ਇਹਨਾਂ ਕੋਲ ਤਾਂ ਸ਼ਿਕਾਇਤਾਂ ਆਉਂਦੀਆਂ ਹੁੰਦੀਆਂ ਸੀ, ਮਹਾਰਾਜ ਪਾਠ ਕਰਦਿਆਂ ਨੂੰ ਐਵੇਂ ਦੇਖਦਾ ਸੀ, ਪਾਠ ਕਰਦਿਆਂ ਨੂੰ ਇਹਨੇ ਮੈਨੂੰ ਜਿਹੜਾ ਆਹ ਸ਼ਬਦ ਕਹੇ ਨੇ ਜਾਂ ਇਦਾਂ ਅਸੀਂ ਲੜ ਪਏ। ਉਹ ਤਾਂ ਬੜੀ ਵੱਡੀ ਸ਼ਿਕਾਇਤ ਹੁੰਦੀ ਰਹਿੰਦੀ ਸੀ। ਆ ਬਹੁਤ ਕੁਝ ਐਸਾ ਵੇਖਦੇ ਆਪਾਂ ਹੁਣ ਵੀ, ਪਰ ਇਹ ਮਹਾਰਾਜ ਆਪ ਕਹਿ ਰਹੇ ਨੇ ਵੀ ਜਾ ਕੇ ਚਪੇੜ ਮਾਰੋ। ਚਲੋ ਸਿੱਖ ਨੇ ਹੁਕਮ ਮੰਨਿਆ, ਉਹਨੇ ਜਾ ਕੇ ਛੱਡਤੀ। ਨਾਲੇ ਇਹੋ ਜਿਹਾ ਹੁਕਮ ਮੰਨਣ ਲਈ ਤਾਂ ਆਪਾਂ 1 ਮਿੰਟ 'ਚ ਤਿਆਰ ਹੁੰਨੇ ਆ। ਕਿਤੇ ਕੁਝ ਹੋਰ ਸ਼ਾਇਦ ਕਹਿ ਦਿੰਦੇ ਮਹਾਰਾਜ, ਉਹ ਸ਼ਾਇਦ ਦੇਰੀ ਲਾ ਦਿੰਦਾ, ਸ਼ਾਇਦ ਕਿਤੇ ਨਾ ਕਿਤੇ ਉਹ ਟਾਲਾ ਵੱਟ ਲੈਂਦਾ। ਪਰ ਇੱਥੇ ਤਾਂ ਬੰਦਾ, ਕਿਉਂਕਿ ਮਹਾਰਾਜ ਨੇ ਬਾਣੀ 'ਚ ਬਚਨ ਕੀਤਾ ਵੀ ਮਨੁੱਖ ਦਾ ਸੁਭਾਅ ਹੈ ਚੰਗਿਆਈ ਆਲਗ ਕਰੇ ਬੁਰਿਆਈ ਹੋਏ ਸ਼ੇਰ। ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਚਲੋ ਜਦੋਂ ਆਖਿਆ ਉਹ ਇੱਕਦਮ ਗਿਆ, ਉਹਨੇ ਛੱਡਤੀ ਐਨ। ਜਦੋਂ ਚਪੇੜ ਮਾਰੀ ਤੇ ਉਹ ਪਾਠ ਕਰਨ ਵਾਲਾ ਜਿਹੜਾ ਸੀ ਉਹ ਵੀ ਬੜਾ ਹੈਰਾਨ ਵੀ ਹੋਇਆ ਔਰ ਗੁੱਸੇ ਵੀ ਹੋਇਆ, ਕ੍ਰੋਧ ਹੋਇਆ। ਕਹਿਣ ਲੱਗਿਆ ਮੈਂ ਤੇਰਾ ਕੀ ਵਿਗਾੜਿਆ, ਕੀ ਗੱਲ ਆ? ਉਹ ਕਹਿਣ ਲੱਗਿਆ ਮੈਨੂੰ ਕੁਝ ਨਹੀਂ ਪਤਾ, ਆਪਾਂ ਨੂੰ ਤਾਂ ਹੁਕਮ ਹੋਇਆ ਸੀ, ਆਪਾਂ ਤਾਂ ਹੁਕਮ ਬਜਾਇਆ। ਬਸ ਹੁਕਮ ਹੋਇਆ ਸੀ ਚਪੇੜ ਮਾਰਨ ਦਾ ਤੇ ਆਪਾਂ ਨੇ ਚਪੇੜ ਮਾਰਤੀ, ਬਾਕੀ ਗੁਰੂ ਜਾਣੇ ਤੇ ਤੂੰ ਜਾਣੇ। ਚਲੋ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਪਹੁੰਚ ਗਿਆ। ਕਹਿੰਦਾ ਮਹਾਰਾਜਾ ਦੇਖ ਲਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਔਰ ਫਿਰ ਉੱਥੇ ਜਿਹੜੀ ਗੱਲ ਕਲੀਅਰ ਕੀਤੀ ਐਨ। ਔਰ ਮਹਾਰਾਜ ਨੇ ਆਖਿਆ ਵੀ ਤੂੰ ਕੰਮ ਹੀ ਚਪੇੜਾਂ ਖਾਣ ਵਾਲੇ ਕਰ ਰਿਹਾ ਸੀ। ਕਹਿੰਦਾ ਮਹਾਰਾਜ ਕੀ ਬਾਣੀ ਪੜ੍ਹਨੀ ਕੋਈ ਗੁਨਾਹ ਹੈਗਾ? ਬਾਣੀ ਪੜ੍ਹਨੀ ਕੋਈ ਮਾੜਾ ਕੰਮ ਹੈਗਾ? ਬਾਣੀ ਪੜ੍ਹਨ ਦੇ ਨਾਲ ਕੀ ਚਪੇੜਾਂ ਪੈਣਗੀਆਂ? ਹੁਣ ਮਹਾਰਾਜ ਕਹਿੰਦੇ ਬਾਣੀ ਪੜ੍ਹਨੀ ਹੈ ਤੇ ਸ਼ੁੱਧ ਤੇ ਸਪਸ਼ਟ ਪੜ੍ਹਨੀ ਹੈ। ਤੇ ਜੇ ਬਾਣੀਓਂ ਗਲਤ ਪੜ੍ਹੇਗਾ, ਬਾਣੀ ਦੀ ਉਚਾਰਨ ਗਲਤ ਕਰੇਗਾ, ਉਹਦੇ ਅਰਥਾਂ ਦੇ ਅਨਰਥ ਹੋਣਗੇ। ਗੁਰੂ ਕੁਝ ਹੋਰ ਕਹਿਣਾ ਚਾਹੁੰਦਾ ਹੈ, ਉਹਦੇ ਅਰਥ ਕੁਝ ਹੋਰ ਹੀ ਬਣੀ ਜਾਣਗੇ। ਦੇਵੀ ਫਿਰ ਤਾਂ ਕੁੱਟ ਖਾਣ ਵਾਲੀ ਉਹ ਗੱਲ ਹੈ, ਫਿਰ ਤੇ ਮਾਰ ਖਾਣ ਵਾਲੀ ਉਹ ਗੱਲ ਹੈ। ਕਹਿਣ ਲੱਗੇ ਮਹਾਰਾਜ ਮੈਨੂੰ ਸਮਝ ਨਹੀਂ ਆਇਆ। ਸਤਿਗੁਰੂ ਜੀ ਨੇ ਆਖਿਆ ਵੀ ਜਿਹੜੀ ਪੰਕਤੀ ਤੂੰ ਪੜ੍ਹ ਰਿਹਾ ਸੀ ਨਾ, ਉਹਨੂੰ ਦੁਬਾਰਾ ਪੜ੍ਹ। ਉਹਨੇ ਫਿਰ ਉਹੀ, ਕਿਉਂਕਿ ਰੱਟੇ ਲੱਗੇ ਹੋਏ ਸੀਗੇ ਔਰ ਉਹਦੀ ਪੱਕੀ ਹੋਈ ਸੀ ਉਹਨੇ ਫਿਰ ਉਸੇ ਤਰ੍ਹਾਂ ਉਚਾਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨੂੰ ਸਮਝਾਇਆ। ਕਹਿੰਦੇ ਆ ਜਿਹੜਾ ਨੂੰ ਤੂੰ ਪੜ੍ਹ ਰਿਹਾ, ਕਰਤੇ ਕੀ ਮਿਤ ਕਰਤਾ ਜਾਣੈ। ਪਰਮੇਸ਼ਰ ਜੋ ਹੈ, ਪ੍ਰਮਾਤਮਾ ਜੋ ਹੈ, ਸ੍ਰਿਸ਼ਟੀ ਦਾ ਕਰਤਾ ਜੋ ਹੈ,
ਉਹਦੀ ਖੇਡ ਨੂੰ ਆਪ ਹੀ ਜਾਣਦਾ ਹੈ। ਉਹਦੀ ਖੇਡ ਨੂੰ ਕੋਈ ਮਨੁੱਖ ਹੀ ਜਾਣ ਸਕਦਾ ਹੈ, ਕੋਈ ਸਾਇੰਟਿਸਟ ਕੀ ਜਾਣ ਸਕਦਾ ਹੈ, ਕੋਈ ਡਾਕਟਰ ਮਾਸਟਰ ਕੀ ਜਾਣ ਸਕਦਾ ਹੈ, ਕੋਈ ਬੁੱਧੀਮਾਨ ਉਹਨੂੰ ਕੀ ਸਮਝ ਸਕਦਾ ਹੈ। ਇਹ ਤਾਂ ਉਹਦੀ ਖੇਡ ਹੈ, ਵੱਡੇ ਕਰਤਾਰ ਦੀ, ਵੱਡੇ ਦਾ ਵਰਤਾਰਾ, ਇਹਨੂੰ ਉਹੀ ਜਾਣ ਸਕਦਾ ਹੈ, ਇਹਨੂੰ ਹੋਰ ਕੋਈ ਜਾਣ ਨਹੀਂ ਸਕਦਾ। ਅੱਜ ਤੱਕ ਸਾਇੰਟਿਸਟ ਨਹੀਂ ਜਾਣ ਸਕੇ। ਚਲੋ ਉਦੋਂ ਤਾਂ ਸਮਾਂ ਸੀ 10ਵੇਂ ਪਾਤਸ਼ਾਹ ਦਾ, ਕਿਹੜੀ ਸਦੀ ਦੀਆਂ ਗੱਲਾਂ ਨੇ, ਹੁਣ ਤਾਂ ਕਿੰਨੀਆਂ ਸਦੀਆਂ ਬਦਲ ਗਈਆਂ ਨਾ। ਹੁਣ ਤਾਂ ਅਸੀਂ ਕਹਿੰਦੇ ਆ ਵੀ ਸਾਇੰਸ ਯੁੱਗ ਆ ਗਿਆ, ਵਿਗਿਆਨ ਯੁੱਗ ਆ ਗਿਆ। ਹੁਣ ਤਾਂ ਮਨੁੱਖ ਕਹਿੰਦਾ ਮੈਂ ਚੰਦਰਮਾ ਤੇ ਪਹੁੰਚ ਗਿਆ, ਹੁਣ ਤਾਂ ਗ੍ਰਹਿ ਨਛੱਤਰਾਂ ਤੇ ਪਹੁੰਚਣ ਦੀ ਗੱਲ ਕਰ ਰਿਹਾ। ਪਰ ਹੁਣ ਕਿਹੜਾ ਇਹਨੇ ਭੇਦ ਪਾ ਲਿਆ ਕੁਦਰਤ ਦਾ, ਹੁਣ ਕਿਹੜਾ ਇਹਨੂੰ ਅੰਤ ਆ ਗਿਆ, ਇਹਨੇ ਕਿਹੜਾ ਹੁਣ ਸਾਰਾ ਕੁਝ ਸਮਝ ਲਿਆ। ਇਹ ਤਾਂ ਬੋਲ ਸਦੀਵੀ ਏਦਾਂ ਹੀ ਰਹਿਣੇ ਨੇ। ਕਰਤੇ ਕੀਮਤ ਕਰਤਾ ਜਾਣਾ ਹੈ, ਆਪਣੀ ਖੇਡ ਨੂੰ ਕਰਤਾ ਆਪ ਹੀ ਜਾਣਦਾ ਹੈ। ਬੰਦੇ ਦੇ ਵੱਸ ਦਾ ਰੋਗ ਹੈ ਹੀ ਨਹੀਂ, ਬੰਦੇ ਦੇ ਵੱਸ ਦੀ ਗੱਲ ਹੈ ਹੀ ਨਹੀਂ। ਪਰ ਬੰਦੇ ਨੂੰ ਇਸ ਗੱਲ ਤੇ ਯਕੀਨ ਨਹੀਂ ਆਉਂਦਾ, ਉਹ ਲੱਗਿਆ ਹੋਇਆ ਕਹਿੰਦਾ ਮੈਂ ਪਾ ਕੇ ਰਹੂੰਗਾ ਅੰਤ, ਮੈਂ ਲੱਭ ਕੇ ਰਹੂੰਗਾ ਸਾਰਾ ਕੁਝ। ਔਰ ਮਹਾਰਾਜ ਕਹਿੰਦੇ ਨੇ ਕੈ ਜਾਣੈ ਗੁਰਸੂਰਾ। ਹੁਣ ਇੱਥੇ ਕੀ ਹੈ, ਕਹਿੰਦੇ ਜਾਂ ਫਿਰ ਪ੍ਰਮਾਤਮਾ ਆਪਣੀ ਖੇਡ ਨੂੰ ਜਾਣਦਾ ਹੈ, ਜਾਂ ਗੁਰੂ ਤੇ ਜਾਂ ਜਿਹੜਾ ਸੀ ਕਹਿ ਜਾਣੈ ਗੁਰਸੂਰਾ, ਸੂਰਮਾ ਗੁਰੂ ਜਾਣਦਾ ਹੈਗਾ। ਉਹਦੀ ਖੇਡ ਨੂੰ ਜਾਂ ਗੁਰੂ ਜਾਣਦਾ ਹੈ, ਪਰਮੇਸ਼ਰ ਨੂੰ ਗੁਰੂ ਤੋਂ ਬਿਨਾਂ ਹੋਰ ਵੀ ਕੋਈ ਨਹੀਂ ਜਾਣਦਾ। ਤੇ ਜਿਵੇਂ ਤੂੰ ਪੜ੍ਹ ਰਿਹਾ ਇਹਦੇ ਅਰਥ ਬਣਦੇ ਨੇ ਵੀ ਉਹ ਕਰਤੇ ਦੀ ਮਿੱਤ ਨੂੰ ਕਰਤਾ ਹੀ ਜਾਣਦਾ, ਗੁਰੂ ਕੀ ਜਾਣਦਾ ਹੈਗਾ। ਫਿਰ ਤੇ ਗੁਰੂ ਦੀ ਇੰਪੋਰਟੈਂਸ ਕੀ ਰਹੀ, ਗੁਰੂ ਦੀ ਮਹਾਨਤਾ ਕੀ ਰਹੀ। ਫਿਰ ਚਲੋ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵੀ ਇਹ ਜਿਹੜੀਆਂ ਸਾਖੀਆਂ ਨੇ, ਇਹ ਜਿਹੜੇ ਪ੍ਰਸੰਗ ਨੇ, ਇਹ ਆਪਾਂ ਤਾਂ ਹੀ ਸਾਂਝੀਆਂ ਕਰਦੇ ਹਾਂ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਦੋਂ ਆਪਾਂ ਸਾਖੀਆਂ ਪੜ੍ਹਦੇ ਆ ਨਾ ਤੇ ਬੰਦਿਆਂ ਨੂੰ ਫਿਰ ਪਤਾ ਲੱਗਦਾ ਵੀ ਮਹਾਰਾਜ ਸ਼ੁੱਧ ਪਾਠ ਪੜਿਆ ਕਰਦੇ ਸੀ, ਸ਼ੁੱਧ ਪਾਠ ਸਰਵਣ ਕਰਦੇ ਸੀ। ਜੇ ਕਿਸੇ ਨੇ ਕੋਈ ਅਸ਼ੁੱਧ ਉਚਾਰਨ ਕੀਤਾ ਮਹਾਰਾਜ ਨੇ ਨਾਰਾਜ਼ਗੀ ਵੀ ਪ੍ਰਗਟ ਕੀਤੀ, ਚਪੇੜਾਂ ਤੱਕ ਵੀ ਜਿਹੜੀਆਂ ਨੇ ਮਰਵਾ ਦਿੱਤੀਆਂ ਨੇ। ਫਿਰ ਆਪਾਂ ਡਰ ਜਾਾਂਗੇ, ਆਪਾਂ ਕਹਾਂਗੇ ਵੀ ਆਪਾਂ ਨਹੀਂ ਇਹੋ ਜਿਹੀ ਬੱਜਰ ਗਲਤੀ ਕਰਨੀ। ਆਪਾਂ ਵੀ ਸੰਥਿਆ ਲਵਾਂਗੇ, ਆਪਾਂ ਵੀ ਕੋਸ਼ਿਸ਼ ਕਰਾਂਗੇ ਸ਼ੁੱਧ ਪਾਠ ਜਿਹੜਾ ਬਾਣੀ ਦਾ ਕਰੀਏ, ਤੇ ਨਾਲੇ ਸਮਝ ਆਏਗੀ, ਨਾਲੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇਸ ਕਰਕੇ ਮੈਂ ਬੇਨਤੀ ਕਰ ਰਿਹਾ, ਆ ਜਿਹੜਾ ਪੌੜੀ ਹੈ ਨਾ ਪਿਆਰਿਓ, ਇਹਦੇ ਵਿੱਚ ਸ਼ਬਦ ਹੈ ਮੰਨੇ। ਮੰਮਾ ਟਿੱਪੀ ਨੰਨੇ ਨੂੰ ਇੱਕ ਲਾਂ ਹੈ, ਇਹਦਾ ਉਚਾਰਨ ਭੁੱਲ ਕੇ ਵੀ ਦੋ ਲਾਵਾਂ ਨਹੀਂ ਕਰਨਾ। ਇਸੇ ਤਰ੍ਹਾਂ ਸੁਣਿਆ ਸੀ ਪਹਿਲਾਂ, ਸੁਣੀਆਂ ਉਹਨੂੰ ਆਪਾਂ ਜ਼ਿਆਦਾ ਉਚਾਰਨ ਕਰਦੇ ਹਾਂ, ਸੁਣੀਆਂ ਸਿੱਧ ਪੀਰ ਸੁਰਨਾਥ, ਸੁਣੀਆਂ ਧਰਤ ਧਵਲ, ਉਹ ਜ਼ੋਰ ਲੱਗਿਆ ਹੋਇਆ। ਸੁਣੀਆਂ ਦੇ ਅਰਥ ਹੋਰ ਨੇ, ਸੁਣਿਆ ਦੇ ਅਰਥ ਹੋਰ ਨੇ। ਬਹੁਤ ਇਕਾਗਰਤਾ ਨਾਲ, ਸੂਖਮ ਭੇਦ ਹੈ। ਸੁਣਿਆ ਇਹਦਾ ਉਚਾਰਨ ਕਰਾਂਗੇ। ਇਸੇ ਤਰ੍ਹਾਂ ਇੱਥੇ ਹੈ ਪਹਿਲੀ ਪੌੜੀ ਦੇ ਵਿੱਚ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਅੰਤਰ ਕੀ ਹੈਗਾ? ਹੁਣ ਸਵਾਲ ਇਹ ਹੈ, ਬੰਦਾ ਆਖੇਗਾ ਵੀ ਚਲੋ ਇਹ ਤਾਂ ਤੁਸੀਂ ਕਹਿਤਾ, ਪਰ ਫਰਕ ਕੀ ਪੈਂਦਾ? ਫਰਕ ਪਤਾ ਕੀ ਪੈਂਦਾ? ਜਿਹੜਾ ਮੰਨੇ ਸ਼ਬਦ ਹੈ ਇਹਦਾ ਤੇ ਇਹ ਹੈ ਵੀ ਜਿਨ੍ਹਾਂ ਨੇ ਮੰਨ ਲਿਆ ਹੈ, ਜਿਨ੍ਹਾਂ ਨੇ ਰੱਬ ਦੇ ਉੱਪਰ ਯਕੀਨ ਕਰ ਲਿਆ ਹੈ, ਜਿਨ੍ਹਾਂ ਨੇ ਪ੍ਰਮਾਤਮਾ ਦੇ ਉੱਪਰ ਭਰੋਸਾ ਕਰ ਲਿਆ ਹੈ, ਵਿਸ਼ਵਾਸ ਕਰ ਲਿਆ ਹੈ, ਔਰ ਇਹ ਚੀਜ਼ ਮੰਨ ਲਈ ਹੈ ਵੀ ਪ੍ਰਮਾਤਮਾ ਬੜਾ ਵੱਡਾ ਹੈ, ਪ੍ਰਮਾਤਮਾ ਸਮਰੱਥ ਹੈ, ਪ੍ਰਮਾਤਮਾ ਪਰਿਪੂਰਨ ਹੈ, ਪ੍ਰਮਾਤਮਾ ਦਿਆਲੂ ਹੈ, ਪ੍ਰਮਾਤਮਾ ਕਿਰਪਾਲੂ ਹੈ। ਇਹ ਸਾਰਾ ਕੁਝ ਮੰਨ ਲਿਆ ਜਿਨ੍ਹਾਂ ਨੇ, ਉਹਨਾਂ ਦੀ ਜਿਹੜੀ ਗਤ ਹੈ, ਉਹਨਾਂ ਦੀ ਜਿਹੜੀ ਅਵਸਥਾ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਬੜੇ ਧਿਆਨ ਨਾਲ ਸੁਣਿਓ ਇਹਨੂੰ, ਕਿਉਂਕਿ ਜਦੋਂ ਆਪਾਂ ਫਿਰ ਕਿਤੇ ਬੈਠਦੇ ਹਾਂ, ਇਸ ਤਰ੍ਹਾਂ ਦੀਆਂ ਕੋਈ ਵਿਚਾਰਾਂ ਚੱਲਦੀਆਂ ਨੇ, ਇਹ ਕਈ ਵਾਰੀ ਭੁੱਲ ਜਾਂਦਾ ਵੀ ਲਾਂ ਲਾਣ ਤੇ ਦੁਲਾਨ ਨਾਲ ਕੀ ਫਰਕ ਪੈ ਜਾਂਦਾ। ਮੰਨੇ ਦਾ ਅਰਥ ਹੈਗਾ ਜਿਨ੍ਹਾਂ ਨੇ ਮੰਨ ਲਿਆ ਹੈ, ਯਕੀਨ ਕਰ ਲਿਆ ਹੈ, ਭਰੋਸਾ ਕਰ ਲਿਆ ਹੈ, ਜਿਨ੍ਹਾਂ ਦੇ ਮਨ 'ਚ ਹੁਣ ਕੋਈ ਸ਼ੱਕ ਨਹੀਂ ਹੈ, ਕੋਈ ਡਾਊਟ ਨਹੀਂ ਹੈ, ਉਹਨਾਂ ਦੀ ਗੱਲ ਹੈਗੀ ਹੈ। ਕਹਿੰਦੇ ਜਿਨ੍ਹਾਂ ਨੇ ਮੰਨ ਲਿਆ। ਹਰ ਚੀਜ਼ ਮੰਨਣੀ ਔਖੀ ਹੁੰਦੀ ਹੈ। ਹੁਣ ਤੁਹਾਨੂੰ ਕੋਈ ਬੰਦਾ ਆਖੇ ਬਈ ਜੀ ਫਲਾਣਾ ਬੰਦਾ ਲੋਹਾ ਖਾ ਲੈਂਦਾ ਹੈ 1 ਸੈਕਿੰਡ ਵਾਸਤੇ, ਆਪਾਂ ਮੰਨ ਲਾਂਗੇ? ਛੇਤੀ ਨਾਲ ਮੰਨਦੇ ਨਹੀਂ ਨਾ ਹੈਗੇ। ਬਿੱਲਾ ਆਏ ਕਿਵੇਂ ਖਾ ਲੂਗਾ? ਮੈਂ ਤਾਂ ਉਹਨਾਂ ਚਿਰ ਜਿਹੜਾ ਸੀ ਮੰਨਦੇ ਹੀ ਨਹੀਂ ਜਿੰਨਾ ਚਿਰ ਵੇਖ ਨਹੀਂ ਲੈਂਦਾ ਮੈਂ ਉਹਨਾਂ ਨੂੰ। ਲਓ ਵੀ ਫਲਾਣਾ ਬੰਦਾ ਨਾ ਜਿਹੜਾ ਸੀ ਉਹ ਪੁੱਠਾ ਤੁਰਦਾ ਹੈਗਾ, ਜਾਂ ਸਿਰ ਹੇਠਾਂ ਕਰਕੇ ਬੰਦਾ ਖੜ ਸਕਦਾ ਹੈ, ਕੋਈ ਆਸਣ ਕਰ ਸਕਦਾ, ਪਰ ਐ ਤਾਂ ਨਹੀਂ ਵੀ ਬੰਦਾ ਕਿਲੋਮੀਟਰ ਤੱਕ ਚਲਾ ਜਾਏ। ਜੇ ਕੋਈ ਇਹੋ ਜੀ ਗੱਲ ਕਹਿੰਦਾ, ਸਾਨੂੰ ਅਤਕਥਨੀ ਤੇ ਅਨਹੋਣੀ ਲੱਗਦੀ ਹੈ। ਆਪਾਂ ਕਹਿੰਦੇ ਵੀ ਮੈਂ ਨਹੀਂ ਮੰਨਦਾ।
ਜਿਹੜੀ ਚੀਜ਼ ਅਸੀਂ ਦੇਖੀ ਨਹੀਂ ਹੈ ਔਰ ਸਾਨੂੰ ਅਜੀਬ ਜੀ ਲੱਗਦੀ ਹੈ ਉਹਨੂੰ ਛੇਤੀ ਦੇ ਨਾਲ ਆਪਾਂ ਮੰਨਦੇ ਨਹੀਂ ਹੈਗੇ ਵੀ ਮੈਂ ਨਹੀਂ ਮੰਨਦਾ, ਕਹੀ ਚੱਲੋ। ਪਰ ਜਿਹੜੀ ਚੀਜ਼ ਕੋਈ ਇਦਾਂ ਦੀ ਹੈ ਫਿਰ ਆਪਾਂ ਉਹਨੂੰ ਪਹਿਲਾਂ ਵੇਖਾਂਗੇ। ਆਪਾਂ ਕਹਾਂਗੇ ਮੈਂ ਅੱਖਾਂ ਨਾਲ ਵੇਖਾਂਗਾ, ਕੰਨਾਂ ਨਾਲ ਸੁਣਾਂਗਾ, ਤਾਂ ਮੈਂ ਯਕੀਨ ਕਰਾਂਗਾ ਇਸ ਗੱਲ ਤੇ। ਅਗਰਵਾਈਜ਼ ਮੈਂ ਯਕੀਨ ਨਹੀਂ ਕਰਦਾ। ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ, ਕਹਿੰਦੇ ਬਿਨ ਦੇਖੇ ਉਪਜੈ ਨਹੀਂ ਆਸਾ। ਕੋਈ ਵੀ ਚੀਜ਼ ਦੇਖੇ ਤੋਂ ਬਿਨਾ ਔਰ ਉਸੇ ਤਰ੍ਹਾਂ ਬੰਦੇ ਦਾ ਸੰਤੁਸ਼ਟੀ ਨਹੀਂ ਹੁੰਦੀ ਹੈਗੀ। ਆਪਾਂ ਬਹੁਤ ਕੁਝ ਸੁਣਦੇ ਹਾਂ ਬਈ ਜੀ ਫਲਾਣੀ ਥਾਂ ਤੇ ਆਏ ਹੁੰਦਾ, ਗੱਲਾਂ ਹੁੰਦੀਆਂ ਨਹੀਂ ਵੀ ਫਲਾਣੀ ਥਾਂ ਤੇ ਉਹ ਪਾਣੀ ਦਾ ਚਵੱਚਾ ਹੈਗਾ, ਉਹ ਜਿਹੜਾ ਸੀਗਾ ਝਰਨਾ ਜਾਂ ਹੈਗਾ, ਜਿਵੇਂ ਮਨੀਕਰਨ ਦੀ ਆਪਾਂ ਗੱਲ ਕਰਦੇ ਹਾਂ ਵੀ ਉੱਥੇ ਪਾਣੀ ਦੇ ਵਿੱਚ ਤੁਸੀਂ ਜਿਹੜੀਆਂ ਨੇ ਰੋਟੀਆਂ ਉੱਥੇ ਐਂ ਪੱਕਦੀਆਂ ਨੇ ਆਪਣੇ ਆਪ ਹੀ। ਪਰ ਉਹ ਯਕੀਨ ਨਹੀਂ ਆਉਂਦਾ, ਜਦੋਂ ਆਪਾਂ ਜਾ ਕੇ ਵੇਖਦੇ ਹਾਂ ਫਿਰ ਪਤਾ ਲੱਗਦਾ ਹੈਗਾ। ਆਹ ਮਿੱਠੇ ਰੀਠੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੇ। ਕੋਈ ਬੰਦਾ ਮੰਨਦਾ ਛੇਤੀ ਦੇ ਨਾਲ, ਤਰਕਵਾਦੀ ਤਰਕ ਕਰਦੇ ਨੇ ਵੀ ਰੀਠਾ ਕਿਵੇਂ ਮਿੱਠਾ ਹੋ ਜਾਊਗਾ, ਰੀਠਾ ਤਾਂ ਕੌੜਾ ਹੁੰਦਾ, ਰੀਠਾ ਤੇ ਜ਼ਹਿਰੀਲਾ ਹੁੰਦਾ ਹੈ, ਔਰ ਰੀਠਾ ਕਿਵੇਂ ਮਿੱਠਾ ਹੋ ਜੂ। ਪਰ ਜਦੋਂ ਕਦੇ ਜਾ ਕੇ ਵੇਖੋ ਤੇ ਉਹ ਰੀਠੇ ਆਪਾਂ ਨੂੰ ਮਿਲਦੇ ਨੇ ਪ੍ਰਸ਼ਾਦ ਰੂਪ ਦੇ ਵਿੱਚ। ਜਦੋਂ ਆਪਾਂ ਖਾਂਦੇ ਹਾਂ ਫਿਰ ਬੰਦਾ ਕਹਿੰਦਾ ਵੀ ਮੈਂ ਮੰਨ ਗਿਆ। ਪਹਿਲਾਂ ਮੰਨਦਾ ਨਹੀਂ ਹੈ, ਮੰਨਣਾ ਔਖਾ ਹੈਗਾ, ਔਰ ਰੱਬ ਬਾਰੇ ਤਾਂ ਮੰਨਣਾ ਹੋਰ ਵੀ ਔਖਾ ਹੈ। ਇਸੇ ਕਰਕੇ ਨਾਸਤਕ ਹਾਲੇ ਤੱਕ ਵੀ ਰੌਲਾ ਪਾ ਰਹੇ ਨੇ, ਕਹਿੰਦੇ ਜੇ ਰੱਬ ਹੋਵੇ ਤਾਂ ਦਿਸੇ, ਜੇ ਰੱਬ ਹੋਵੇ ਨਜ਼ਰ ਆਵੇ। ਉਹ ਕਹਿੰਦੇ ਸ੍ਰਿਸ਼ਟੀ ਨੂੰ ਕੋਈ ਰੱਬ ਰੂਪ ਨਹੀਂ ਚਲਾ ਰਿਹਾ ਹੈ, ਇਹ ਤਾਂ ਆਪਣੇ ਆਪ ਹੀ ਚੱਲ ਰਹੀ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹਨੂੰ ਰੱਬ ਚਲਾ ਰਿਹਾ ਹੈ, ਧਾਰਮਿਕ ਗ੍ਰੰਥ ਕਹਿੰਦੇ ਇਹਨੂੰ ਪ੍ਰਮਾਤਮਾ ਚਲਾ ਰਿਹਾ ਹੈ। ਆਹ ਫਰਕ ਹੈ ਨਾ। ਹੁਣ ਤਰਕਵਾਦੀ ਤਰਕ ਕਰਦੇ ਨੇ, ਪਰ ਉਹ ਕਹਿੰਦੇ ਅਸੀਂ ਤੇ ਤਾਂ ਮੰਨਾਂਗੇ ਜੇ ਅਸੀਂ ਵੇਖਾਂਗੇ। ਅਸੀਂ ਜਿੰਨਾ ਚਿਰ ਵੇਖ ਨਹੀਂ ਲੈਂਦੇ ਉਤਨਾ ਚਿਰ ਅਸੀਂ ਯਕੀਨ ਨਹੀਂ ਕਰਦੇ। ਮੰਨਣਾ ਔਖਾ ਹੈ। ਹੁਣ ਜਦੋਂ ਰੱਬ ਦੀ ਗੱਲ ਆਉਂਦੀ ਹੈ, ਪਰਮੇਸ਼ਰ ਦੀ ਗੱਲ ਆਉਂਦੀ ਹੈ, ਪ੍ਰਮਾਤਮਾ ਦੀ ਗੱਲ ਆਉਂਦੀ ਹੈ ਗੁਰਮੁਖੋ, ਤੇ ਅਸੀਂ ਕਹਿੰਦੇ ਆ ਵੀ ਰੱਬ ਦਾ ਕੋਈ ਰੂਪ ਰੰਗ ਨਹੀਂ ਹੈ, ਕੋਈ ਉਹਦਾ ਚੱਕਰ ਚਿਹਨ ਨਹੀਂ ਹੈ, ਉਹਦਾ ਕੋਈ ਜਾਤ ਗੋਤ ਨਹੀਂ ਹੈ। ਫਿਰ ਬੰਦਾ ਮੰਨਦਾ ਹੀ ਨਹੀਂ। ਕਹਿੰਦੇ ਜੇ ਰੱਬ ਹੋਵੇ ਤਾਂ ਉਹਦਾ ਕੋਈ ਆਕਾਰ ਤਾਂ ਹੋਵੇ। ਬਹੁਤੇ ਲੋਕ ਇੱਥੇ ਖੜੇ ਨੇ, ਜੇ ਰੱਬ ਹੋਵੇ ਤਾਂ ਕਿਸੇ ਤਰ੍ਹਾਂ ਦਾ ਨਜ਼ਰ ਆਵੇ, ਜੇ ਰੱਬ ਹੋਵੇ ਉਹਦਾ ਕੁਝ ਤੇ ਨਿਸ਼ਾਨੀ ਹੋਵੇ। ਜਦੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹਦੀ ਕੋਈ ਨਿਸ਼ਾਨੀ ਹੈ ਹੀ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ। ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤੋਜ ਕੀਜੈ, ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਨ ਗਨੀਜੈ। ਉਹ ਬਚਨ ਆਪ ਜੀ ਪੜ੍ਹਦੇ ਹੋ। ਔਰ ਬਹੁਤ ਵਾਰ ਬੰਦੇ ਨੂੰ ਐਸਾ ਹੁੰਦਾ, ਆਪਾਂ ਕਹਿੰਦੇ ਪ੍ਰਮਾਤਮਾ ਰਿਜ਼ਕ ਦਾਤਾ ਸਾਰਿਆਂ ਦਾ, ਪਰ ਬਹੁਤੇ ਲੋਕ ਕਹਿੰਦੇ ਐਵੇਂ ਗੱਲਾਂ ਹੀ ਨੇ, ਰਿਜ਼ਕ ਦਾਤਾ ਕੋਈ ਨਹੀਂ ਹੈ। ਤੇ ਬੰਦਾ ਆਪ ਮਿਹਨਤ ਕਰਦਾ ਹੈ, ਮਿਹਨਤ ਕਰਦਾ ਹੈ, ਮਸ਼ੱਕਤ ਕਰਦਾ ਹੈ, ਭੱਜ ਨੱਠ ਕਰਦਾ ਹੈ, ਤਾਂ ਜਾ ਕੇ ਉਹ ਰੋਟੀ ਪਾਣੀ ਦਾ ਪ੍ਰਬੰਧ ਕਰਦਾ ਹੈ। ਬਹੁਤ ਸਾਡਾ ਵਿਸ਼ਵਾਸ ਹੈ, ਤਾਂ ਹੀ ਸਾਨੂੰ ਤੇ ਮਹਾਰਾਜ ਨੇ ਆਖਿਆ ਤੂੰ ਕਾਹੇ ਡੋਲਹਿ ਪ੍ਰਾਨੀਆਂ ਤੁਧ ਰਾਖੈਗਾ ਸਿਰਜਨਹਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਅਸੀਂ ਕਹਿੰਦੇ ਆ ਪਰਮੇਸ਼ਰ ਬੜਾ ਸਮਰੱਥ ਹੈ, ਬੜਾ ਤਾਕਤਵਰ ਹੈ। ਉਹ ਚਾਹੇ ਤੇ ਜ਼ਮੀਨ ਤੇ ਰੀਂਗ ਦੇ ਬੰਦਿਆਂ ਨੂੰ, ਰੁਲਦੇ ਬੰਦਿਆਂ ਨੂੰ, ਔਰ ਉਹ ਆਸਮਾਨ ਤੇ ਚੜਾ ਸਕਦਾ ਹੈ। ਸਾਡਾ ਮੰਨਣਾ ਐਸਾ। ਸਾਡਾ ਗੁਰੂ ਸਾਨੂੰ ਇਹ ਸਮਝਾ ਰਿਹਾ ਹੈ ਵੀ ਪ੍ਰਮਾਤਮਾ ਚਾਹੇ ਤੇ ਰੀਂਗ ਦੇ ਬੰਦਿਆਂ ਨੂੰ, ਦੱਬੇ ਕੁਚਲੇ ਬੰਦਿਆਂ ਨੂੰ ਰਾਜੇ ਮਹਾਰਾਜੇ ਤੇ ਬਾਦਸ਼ਾਹ ਬਣਾ ਸਕਦਾ ਹੈ। ਪਰ ਦੂਸਰੇ ਕਹਿੰਦੇ ਐਂ ਕਿਵੇਂ ਹੋ ਜਾਊਗਾ, ਐਂ ਤਾਂ ਹੋ ਹੀ ਨਹੀਂ ਸਕਦਾ। ਤੇ ਸਾਡੇ ਗੁਰੂ ਤੇ ਐਸਾ ਵੀ ਮੰਨਣਾ ਹੈਗਾ, ਸਾਨੂੰ ਸਮਝਾਇਆ ਵੀ ਉਹ ਚਾਹੇ ਤਖਤਾਂ ਤੇ ਬੈਠਿਆਂ ਨੂੰ ਪਟਕਾ ਕੇ ਭੁੰਜੇ ਜ਼ਮੀਨ ਤੇ ਮਾਰ ਸਕਦਾ ਹੈ। ਅਸੀਂ ਪੜ੍ਹਦੇ ਹਾਂ ਨਾ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਇਹ ਉਹਦੀ ਸ਼ਕਤੀ ਹੈ। ਔਰ ਬਾਬਾ ਜੀ ਨੇ ਬਾਣੀ ਦੇ ਵਿੱਚ ਆਖਿਆ, ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ ਰਹਾਓ। ਜਾ ਕੀ ਛੋਤ ਜਗਤ ਕਉ ਲਾਗੈ, ਜਿਹਦੀ ਜਗਤ ਲੋਕ ਭਿੱਟ ਮੰਨਦੇ ਸੀਗੇ, ਛਾਲਾਂ ਮਾਰਦੇ ਸੀ, ਪਰਾਂ ਹੋ ਜਾਓ ਪਰਾਂ ਹੋ ਜਾਓ, ਇਹਨੂੰ ਨੇੜੇ ਨਾ ਬਿਠਾਓ। ਜਾ ਕੀ ਛੋਤ ਜਗਤ ਕਉ ਲਾਗੈ, ਤਾ ਪਰ ਤੂੰ ਹੀ ਢਰੈ, ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਐਸਾ ਰੱਬ ਹੈ, ਅਸੀਂ ਇਹ ਮੰਨਦੇ ਹਾਂ। ਪਰ ਬਹੁਤੇ ਕਹਿੰਦੇ ਨਹੀਂ ਨਹੀਂ ਐਸਾ ਨਹੀਂ ਹੈਗਾ। ਜੇ ਉਹ ਰਿਜ਼ਕ ਦਾਤਾ ਹੋਵੇ ਤਾਂ ਫਿਰ ਸਾਡੇ ਘਰੇ ਪਹੁੰਚਾਵੇ। ਇਹ ਮੰਨਣਾ ਹੈ। ਪਹਿਲੀ ਗੱਲ ਧਰਮ ਦੇ ਵਿੱਚ ਮੰਨਣਾ ਹੀ ਹੈਗੀ ਹੈ।
ਹੁਣ ਬਹੁਤੇ ਲੋਕ ਇਸ ਚੀਜ਼ ਨੂੰ ਮੰਨਦੇ ਨੇ। ਬਾਬਾ ਜੀ ਨੇ ਬਾਣੀ ਦੇ ਵਿੱਚ ਇੱਕ ਹੋਰ ਬੜਾ ਪਿਆਰਾ ਬਚਨ ਕੀਤਾ, ਕਿਉਂਕਿ ਬੜਾ ਵੱਡਾ ਮਸਲਾ ਰਿਹਾ ਅੱਜ ਵੀ। ਆਸਤਿਕ ਦਾ ਤੇ ਨਾਸਤਿਕ ਦਾ ਹੀ ਝਗੜਾ ਨਾ। ਆਸਤਿਕ ਕਹਿੰਦਾ ਵੀ ਸਾਰਾ ਕੁਝ ਪ੍ਰਮਾਤਮਾ ਹੀ ਕਰ ਰਿਹਾ ਹੈ, ਇਹ ਸਾਰੀ ਖੇਡ ਪ੍ਰਮਾਤਮਾ ਦੀ ਵਾਪਰ ਰਹੀ ਹੈ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਸੂਰਜ ਚੰਦਰਮਾ ਚੱਲ ਰਹੇ ਨੇ। ਪਰ ਜਿਹੜਾ ਨਾਸਤਿਕ ਹੈ ਉਹ ਕਹਿੰਦਾ ਐਸਾ ਕੁਝ ਨਹੀਂ ਹੈ, ਕੋਈ ਪ੍ਰਮਾਤਮਾ ਪ੍ਰਮੋਤਮਾ ਚਲਾਉਣ ਵਾਲਾ ਨਹੀਂ ਹੈ। ਉਸ ਡਾਇਰੈਕਟ ਇਹ ਕਹਿੰਦੇ ਨੇ, ਉਹ ਮੰਨਦੇ ਨਹੀਂ ਇਸ ਗੱਲ ਨੂੰ। ਬਾਬਾ ਜੀ ਨੇ ਬਾਣੀ 'ਚ ਆਖਿਆ, ਕਹਿਣ ਲੱਗੇ ਉਹਨਾਂ ਦੀ ਹਾਲ ਪਤਾ ਕੀ ਹੈ, ਜਿਵੇਂ ਨਾ ਉੱਲੂ ਹੁੰਦਾ, ਉੱਲੂ ਨੂੰ ਤੁਸੀਂ ਲੱਖ ਸਮਝਾ ਲਓ ਵੀ ਭਾਈ ਸੂਰਜ ਵੀ ਕੋਈ ਹੁੰਦਾ, ਉਹ ਮੰਨਦਾ ਹੀ ਨਹੀਂ, ਉਹਨੇ ਸੂਰਜ ਦੇਖਿਆ ਹੀ ਨਹੀਂ, ਉਹਦੀ ਦੁਨੀਆ 'ਚ ਸੂਰਜ ਨਾਮ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ, ਉਹਨੂੰ ਦਿਸਦਾ ਹੀ ਨਹੀਂ ਹੈ, ਕਿਉਂਕਿ ਜਿਉਂ ਸੂਰਜ ਚੜ੍ਹਦਾ ਹੈ ਉਹਨੂੰ ਦਿਸਣਾ ਬੰਦ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਹੈ ਬਾਕੀ ਜੀਵਾਂ ਨਾਲੋਂ ਵੱਖਰਾ ਹੈ ਉੱਲੂ। ਜਦੋਂ ਕੋਈ ਬੰਦਾ ਵੱਖਰੀਆਂ ਜੀਆਂ ਗੱਲਾਂ ਕਰਨ ਲੱਗ ਜਾਏ, ਗੱਲ ਮੰਨੇ ਹੀ ਨਾ, ਕਿਸੇ ਨਾਲ ਸਹਿਮਤ ਹੋਵੇ ਹੀ ਨਾ, ਆਪਾਂ ਕਹਿੰਦੇ ਆ ਯਾਰ ਇਹ ਤਾਂ ਉੱਲੂ ਦਾ ਉੱਲੂ ਰਿਹਾ ਹੈ ਨਾ, ਉੱਲੂਆਂ ਵਾਲੇ ਕੰਮ ਕਰਦਾ ਹੈ, ਇਹਦੀ ਉੱਲੂਆਂ ਵਾਲੀ ਨਜ਼ਰ ਹੈਗੀ ਹੈ ਉੱਲੂ ਦਾ। ਉਹਦਾ ਮਤਲਬ ਹੁੰਦਾ ਵੀ ਸਾਰੇ ਤਾਂ ਇਹ ਗੱਲ ਮੰਨਦੇ ਨੇ, ਸਾਰੇ ਤਾਂ ਇਸ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਨੇ, ਤੇ ਤੂੰ ਇਕੱਲਾ ਹੀ ਵੱਖਰਾ ਹੋ ਗਿਆ। ਇਹਦਾ ਮਤਲਬ ਤੇ ਹੈ ਵੀ ਤੈਨੂੰ ਸਾਡੀਆਂ ਗੱਲਾਂ ਤੇ ਯਕੀਨ ਨਹੀਂ ਹੈ, ਤੇ ਸਾਡੀਆਂ ਗੱਲਾਂ ਨਾਲ ਤੂੰ ਸਹਿਮਤ ਨਹੀਂ ਹੈ, ਤੈਨੂੰ ਸਾਡੇ ਨਾਲ ਵਾਂਗ ਦਿਸਦਾ ਨਹੀਂ ਹੈ। ਉੱਲੂ ਨੂੰ ਬਾਕੀ ਦੇ ਪੰਛੀਆਂ ਨਾਲੋਂ ਕੁਦਰਤ ਨੇ ਕੁਝ ਵੱਖਰਾ ਦਿੱਤਾ, ਉਹ ਰਾਤ ਨੂੰ ਵੇਖ ਸਕਦਾ ਸਿਰਫ, ਤੇ ਪਰ ਉਹ ਦਿਨੇ ਨਹੀਂ ਜਿਹੜਾ ਸੀ ਵੇਖ ਸਕਦਾ। ਪੰਛੀ ਜਿਹੜੇ ਨੇ, ਮਨੁੱਖ ਜਿਹੜਾ ਉਹ ਦਿਨੇ ਵੇਖਦਾ, ਚਾਨਣੇ 'ਚ, ਹਨੇਰੇ 'ਚ ਕੁਝ ਨਹੀਂ ਦਿਸਦਾ। ਉੱਲੂ ਜਿਹੜਾ ਹੈ ਗਰਦਨ ਆਪਣੀ ਚਾਰੇ ਦਿਸ਼ਾ 'ਚ ਘੁਮਾ ਲੈਂਦਾ ਹੈ, ਪਰ ਦਿਸਦਾ ਉਹਨੂੰ ਫਿਰ ਵੀ ਨਹੀਂ ਹੈਗਾ। ਇਹ ਜਿਹੜਾ ਸੀ ਬਿਲਕੁਲ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਉਹ ਕਹਿੰਦੇ ਅਸੀਂ ਮੰਨਦੇ ਹੀ ਨਹੀਂ ਹੈਗੇ ਵੀ ਪ੍ਰਮਾਤਮਾ ਕੋਈ ਚੀਜ਼ ਹੈ, ਪ੍ਰਮਾਤਮਾ ਸਰਬ ਕਲਾ ਸਮਰੱਥ ਹੈ, ਪ੍ਰਮਾਤਮਾ ਜ਼ਰਰੇ ਜ਼ਰਰੇ 'ਚ ਵਸਿਆ ਹੋਇਆ, ਪ੍ਰਮਾਤਮਾ ਸਾਰਿਆਂ ਦਾ ਜਨਮ ਦਾਤਾ ਹੈ, ਰਿਜ਼ਕ ਦਾਤਾ ਹੈ, ਜੀਵਨ ਦਾਤਾ ਹੈ, ਸਾਰਾ ਕੁਝ ਉਹੀ ਹੈ। ਹੁਣ ਇਹ ਮੰਨਣਾ ਜ਼ਰੂਰੀ ਹੈ। ਧਰਮ ਦੀ ਦੁਨੀਆ ਦੇ ਵਿੱਚ ਪਹਿਲੀ ਗੱਲ ਮੰਨਣੀ ਹੈ, ਕਿਉਂਕਿ ਅਸੀਂ ਰੱਬ ਵੇਖਿਆ ਥੋੜ੍ਹਾ ਹੈ, ਰੱਬ ਤਾਂ ਸਾਨੂੰ ਦਿਸਿਆ ਨਹੀਂ ਇਹਨੇ, ਸਾਨੂੰ ਗੁਰੂ ਕਹਿ ਰਹੇ ਨੇ ਭਾਈ ਰੱਬ ਐਸਾ ਹੈ। ਇੱਥੇ ਤਾਂ ਸਭ ਤੋਂ ਪਹਿਲਾਂ ਹੀ ਇਹ ਗੱਲ ਸਮਝਾਈ ਹੈ, ਇੱਕ ਓੰਕਾਰ, ਉਹ ਇੱਕ ਹੈ। ਹੁਣ ਬਹੁਤੇ ਬੰਦੇ ਕਹਿਣ ਵੀ ਜੇ ਇੱਕ ਹੈ ਤਾਂ ਉਹ ਅਨੇਕਾਂ ਨੂੰ ਕਿਵੇਂ ਸੰਭਾਲ ਰਿਹਾ ਹੈ? ਨਹੀਂ ਬਈ, ਇੱਕ ਤਾਂ ਸੰਭਾਲ ਹੀ ਨਹੀਂ ਸਕਦਾ। ਇੱਕ ਕਿਵੇਂ ਕੰਟਰੋਲ ਕਰ ਲੂ ਪੂਰੀ ਸ੍ਰਿਸ਼ਟੀ ਨੂੰ, ਪੂਰੀ ਦੁਨੀਆ ਨੂੰ, ਪੂਰੀ ਮਨੁੱਖਤਾ ਨੂੰ, ਪੂਰੇ ਸੰਸਾਰ ਨੂੰ ਕਿਵੇਂ ਕੰਟਰੋਲ ਕਰ ਲੂ? ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਪਰ ਸਾਡਾ ਐਸਾ ਮੰਨਣਾ ਹੈ, ਸਾਨੂੰ ਗੁਰੂ ਨੇ ਐਸਾ ਸਮਝਾਇਆ, ਜੇ ਤਾਂ ਮੰਨ ਲਿਆ ਸਾਡਾ ਭਲਾ। ਹੁਣ ਜੇ ਆਖੇ ਨਹੀਂ ਵੀ ਉਹ ਇੱਕ ਨਹੀਂ, ਉਹ ਵੱਖਰੇ ਵੱਖਰੇ ਨੇ, ਜਨਮ ਦੇਣ ਵਾਲਾ ਹੋਰ ਹੈ ਕੋਈ, ਉਹ ਵੀ ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਪੈਦਾ ਕਰਨ ਵਾਲਾ ਤਾਂ ਹੋਰ ਹੈ ਕੋਈ, ਬ੍ਰਹਮਾ ਜੀ ਨੇ, ਰੋਜੀ ਦੇਣ ਵਾਲਾ ਵਿਸ਼ਨੂੰ ਹੈ, ਵੀ ਇੱਕੋ ਹੀ ਕਿਵੇਂ ਰੋਜੀ ਦੇ ਦੂਗਾ। ਇੱਕ ਕਹਿੰਦਾ ਮੌਤ ਵਾਲਾ ਡਿਪਾਰਟਮੈਂਟ ਵੱਖਰੇ ਵੱਖਰੇ ਕਰਤੇ ਉਹਨਾਂ ਨੇ, 33 ਕਰੋੜ ਹੀ ਦੇਵੀ ਦੇਵਤੇ ਕਿਆਸ ਤੇ, ਮੀਂਹ ਦਾ ਦੇਵਤਾ ਵੱਖਰਾ, ਪਾਣੀ ਦਾ ਦੇਵਤਾ ਵੱਖਰਾ, ਅੱਗ ਦਾ ਦੇਵਤਾ ਵੱਖਰਾ, ਹਵਾ ਦਾ ਦੇਵਤਾ ਵੱਖਰਾ, ਇਹ ਸਾਰਾ ਕੁਝ ਹੀ ਹੈ। ਉਹ ਕਹਿੰਦੇ ਜੀ ਆਏ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ, ਉਹ ਇੱਕ ਹੀ ਹੈ, ਸਾਰਾ ਕੁਝ ਉਹਦੇ ਆਪਣੇ ਹੱਥ ਵਿੱਚ ਹੈ, ਸਾਰਾ ਕੁਝ ਉਹਦੇ ਆਪਣੇ ਕੰਟਰੋਲ 'ਚ। ਮੰਨਣ ਵਾਲੀ ਗੱਲ ਹੋ ਗਈ ਨਾ। ਹੁਣ ਜਿਹਨੇ ਇਹੀ ਗੱਲ ਨਹੀਂ ਮੰਨੀ ਵੀ ਉਹ ਇੱਕ ਹੈ, ਉਹ ਗੁਰੂ ਨਾਨਕ ਦੀ ਗੱਲ ਨੂੰ ਸਮਝ ਹੀ ਨਹੀਂ ਸਕਦਾ। ਯਾਦ ਰੱਖਿਓ, ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਹੋਵੇਗੀ, ਮੰਨਣੀ ਹੋਵੇਗੀ ਵੀ ਠੀਕ ਹੈ ਮਹਾਰਾਜ ਤੁਸੀਂ ਇੱਕ ਕਹਿੰਦੇ ਹੋ, ਇੱਕ ਹੈ। ਫਿਰ ਉਹ ਕਹਿੰਦੇ ਨੇ ਸਤਨਾਮ ਹੈ, ਉਹ ਸਦੀਵੀ, ਉਹਦਾ ਕਦੇ ਨਾਸ਼ ਨਹੀਂ ਹੁੰਦਾ, ਕਦੇ ਵੀ ਉਹ ਖਤਮ ਨਹੀਂ ਹੁੰਦਾ। ਹੁਣ ਇਹ ਮੰਨਣਾ ਪੈਣਾ ਵੀ ਬਾਕੀ ਸੂਰਜ ਵੀ ਨਾਸ਼ਵੰਤ ਹੈ, ਚੰਦਰਮਾ ਵੀ ਨਾਸ਼ਵੰਤ ਹੈ, ਧਰਤੀ ਵੀ ਨਾਸ਼ਵੰਤ ਹੈ, ਈਵਨ ਸਭ ਕੁਝ ਨਾਸ਼ਵੰਤ ਹੈ, ਪਰਮਾਤਮਾ ਸਦੀਵੀ ਹੈ। ਇਹ ਮੰਨਣਾ ਨਾ। ਦੇਖਿਆ ਤੇ ਕਿਸੇ ਨੇ ਨਹੀਂ ਹੈ, ਕਿਉਂਕਿ ਮਨੁੱਖ ਤਾਂ ਵੱਧ ਤੋਂ ਵੱਧ ਜ਼ੋਰ ਮਾਰ ਕੇ 70 80 90 100 ਸਾਲ ਬਸ, ਪਰ ਉਹ ਪਰਮਾਤਮਾ ਨੂੰ ਕਿਹਨੇ ਖਤਮ ਹੁੰਦਿਆਂ ਵੇਖਿਆ, ਕਿਹਦੇ ਪੈਦਾ ਹੁੰਦਿਆਂ ਵੇਖਿਆ। ਇਸ ਕਰਕੇ ਫਿਰ ਉਹ ਕਰਤਾ ਪੁਰਖ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈਗਾ, ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ। ਅਸੀਂ ਕੀ ਵੇਖਿਆ ਸਾਰੀ ਸ੍ਰਿਸ਼ਟੀ ਨੂੰ? ਅਸੀਂ ਤੇ ਆਪਣੇ ਆਪ ਨੂੰ ਸਿਰਜਦਾ ਨਹੀਂ ਵੇਖਿਆ। ਇਹ ਸਮਝਣ ਵਾਲੀਆਂ ਗੱਲਾਂ ਨੇ। ਉਹ ਨਿਰਭਉ ਹੈ, ਕਿਸੇ ਤੋਂ ਨਹੀਂ ਡਰਦਾ, ਉਹ ਨਿਰਵੈਰ ਹੈ। ਮਹਾਰਾਜ ਸਾਨੂੰ ਦੱਸ ਰਹੇ ਨੇ, ਇਹ ਅਸੀਂ ਮੰਨਣਾ ਹੈਗਾ। ਜਿਨ੍ਹਾਂ ਨੇ ਮੰਨ ਲਿਆ ਵੀ ਉਹ ਨਿਰਭੈ ਹੈ, ਨਿਰਭਉ ਹੈ, ਉਹ ਕਿਸੇ ਤੋਂ ਡਰਦਾ ਨਹੀਂ ਹੈ, ਤੇ ਖੇਡ ਵੱਖਰੀ ਹੈ। ਤੇ ਜੇ ਆਪਾਂ ਕਿ ਵੀ ਰੱਬ ਵੀ ਡਰਦਾ ਜੀ, ਪਰਮਾਤਮਾ ਵੀ ਦੁਸ਼ਮਣੀਆਂ ਪਾਲਦਾ ਹੈ, ਪਰਮਾਤਮਾ ਵੀ ਜਿਹੜਾ ਸੀ ਈਰਖਾ ਦੇ ਵਿੱਚ ਹੈ, ਇਹ ਚੀਜ਼ਾਂ ਮੰਨਣ ਵਾਲੀਆਂ ਨੇ। ਮੈਂ ਤਾਂ ਬੇਨਤੀ ਕਰ ਰਿਹਾ, ਸਭ ਤੋਂ ਪਹਿਲੀ ਗੱਲ ਹੈ ਨਾ, ਇਸ ਨੂੰ ਮੰਨਣਾ ਹੈ। ਉਸ ਤੋਂ ਬਾਅਦ ਅੱਗੇ ਗੱਲ, ਪਹਿਲਾਂ ਸੁਣ ਲਿਆ ਆਪਾਂ ਨੇ, ਹੁਣ ਇਹਨੂੰ ਮੰਨਣਾ ਹੈ। ਸੁਣ ਲਿਆ ਆਪਾਂ ਜਪ ਮੂਲ ਮੰਤਰ ਦਾ ਵਿਆਖਿਆ, ਸੁਣ ਲਈ ਆਪਾਂ ਨੇ ਪਹਿਲੀ ਪੌੜੀ ਦੀ ਆਦ, ਸ਼ਲੋਕ ਦੀ ਆਦ ਸੱਚ ਜੁਗਾਦ ਸੱਚ ਦੀ ਵਿਆਖਿਆ।
फिर आपां वो सारा कुछ सुनिया, हुण आ गई गल मन्नण दी। जिन्हां ने तां मन लिया उन्हां दी अवस्था तां बयान ही नहीं कीती जा सकती। बहुत बारीकी का नुकता मैं तां जोर दे रहा। कई बारी पता की हुंदा, असीं सुनी जाने सारा कुछ, सुन सुन के मनदे नहीं हैगे। असीं कहने चलो जी मनना ना मनना तुहाडी मर्जी है, आए नहीं हैगा इत्थे काम। इत्थे गुरु नानक साहिब जी की जिहड़ी गल है मननी पैनी है। जे लोक सुखी है तो परलोक सुहेला चाहुंदे आ, जे जमां दीआं मारां तो बचना चाहते हैं, आवागाउं दे चक्कर चों जे बचना चाहते हैं तो मननी पैनी है बाबे की गल। इत्थे आए थोड़ा भी भाई मनो ना मनो तुहाडी मर्जी है। इत्थे तां सुनिया मन्निया मन कीता भाओ उन्हां दी खेड बनदी है। जिन्नी सुन के मन्निया हो तिन बलिहारै जाओ। जिन्हां ने सुन के मन लिया मैं उन्हां तो कुर्बान जावां, उन्हां तो बलिहार जावां। जिन्हां ने सुन के मन्निया ही नहीं हैगा वो गाहां जा ही नहीं सकदा, उन्होंने गाहां कुछ भी प्राप्त नहीं होंदा। सुनन तो बाद मनन दा स्टैप है। महाराज कहंदे मन्ने की गत, मनन वालियां दी, यकीन करन वालियां दी, भरोसा कर लैण वालियां दी, विश्वास कर लैण वालियां दी जिहड़ी अवस्था हो जाती है वो बयान ही नहीं की जा सकती। उन्हां दी अवस्था बहुत उच्ची ते सुची हो जाती है। जिन्हां ने गुरु साहिब जी दे वचन मन ले, गुरु साहिब जी दी सिक्ख्यावां, गुरु साहिब दे उपदेश मन ले। अगली गल कहंदे जे को कहे पिछे पछताए, उन्हां दी अवस्था नूं बयान ही नहीं कीता जा सकदा। मनण वाले उहदे वर्गे हो जांदे ने, मनण वाले उहदे विच भेत हासिल कर लैंदे ने, फिर उन्हां दी अवस्था नूं कोई भला बयान कर सकदा है? महाराज कहंदे कोई भी नहीं कर सकदा। जे को कहे पिछे पछताए, सतगुरु सच्चे पातशाह जी ने आप भी मन्निया भी मैं भी उन्हां दी व्याख्या अवस्था नूं बयान नहीं कर सकदा, क्योंकि परमात्मा बहुत उच्चा है। जिहड़े मन लैंदे ने उहदे वर्गे हो जांदे ने। जे को कहे, जे कोई उन्हां दे बारे कहण दी कोशिश करता है, लिखण दी कोशिश करता है, बयान करन दी कोशिश करता है और बाद विच उहनूं पछताउणा पैंदा है। पछताउणा पैंदा भी मैं गलत सी, मैं इन्हां दी अवस्था नूं इदां ही बयान कीता है। भगत रविदास जी दी अवस्था नूं कौन, भगत धन्ना जी दी अवस्था नूं, ये तमाम वो भगत होए ने जिन्हां ने गल मन लई सी, तमाम गुरमुख होए ने रब दे प्यारे। उन्हां दी अवस्था नूं कौन बयान कर सकदा? नहीं बयान की जा सकती। जिनके चोले रतड़े प्यारे, जिवें आपां पढ़दे आ ना, उन्हां दा जिक्र है। कहण लगे जे कोई कहंदा उन्हां बारे उन्होंने पछताउणा पैंदा है, उन्होंने महसूस हुंदा फिर भी मैं जो कहा वो बहुत बड़ा है, पर मैं उन्होंने जिमें बयान किया शायद मेरे तो सही तरह बयान नहीं होया। तू सुल्तान कहा हो मियाँ तेरी कवन वडाई, जो तू देह सो कहा स्वामी मैं मूर्ख कह ना जाई। मैं तो मूर्ख तो की कहा जा सकता, मैं की कह सकता। इस करके ओदे परमेश्वर बारे जो कुछ नहीं कहा जा सकता है, तो परमात्मा नूं मनण वालियां बारे भी कुछ नहीं कहा जा सकता है। और वो भी बहुत महान हो जाते ने, उन्हां दी अवस्था भी बहुत उच्ची हो जाती है। जे कोई उन्हां बारे कहंदा है उन्हां नूं पछतावा जरूर करना पैंदा है। महाराज अगे कहण लगे कागद कलम ना लिखण हार, हर मनुख वास्ते लिखिया जा सकता है, हर आदमी वास्ते, हर चीज वास्ते, पशुआं पंछियां वास्ते, ग्रहां नक्षत्रां वास्ते, धरती आकाश लोगों ने बड़ा कुछ लिखे है। तुसी जेड़ी भी खेतर की स्टडी करनी है, जियोग्राफी की स्टडी करनी है, किताबां चक लो भरे पे ने, बुक्स पईयां ने, लाइब्रेरियां भरियां पईयां ने, धरती बारे, धरती दी हेठलियां तहां बारे, पाताल तक अगलियां ने लिखता सारा कुछ। आसमान बारे लिखे है, चंद्रमा तारियां बारे लिखे है, और पशुआं पंछियां बारे लिखे है, एग्रीकल्चर बारे लिखे है, बहुत कुछ लिखिया मिलता है। पर महाराज सच्चे पातशाह कहते लिख के बयान किया जा सकता है, पर जिहड़ा मनन वाले ने परमात्मा नूं, परमात्मा नूं जिन्हां ने मन लिया, भरोसा कर लिया, यकीन कर लिया, और उन्हां नूं उन्हां दे बारे कागज ते लिखिया नहीं जा सकता। क्यों जी लिखिया नहीं जा सकता? कागज थोड़े पै सकते हैं, होर लियावांगे वो भी थोड़े पै जाणगे, होर लियावांगे हो भी थोड़े पै जाणगे। ट्रक भर भर के लियाई चलो इत्थे, ते महाराज ने तां गल मुकाती, कहंदे ने तुसीं इन्हां कागजां दी गल छड्डो, जिन्नी पूरी धरती है ना, पूरी धरती, ये सारी धरती दा कागज बना लो। जिन्ने जंगल ने इन्हां सारे जंगलों नूं कट के दरख्तां दीयां कलमां बना लो। तुसीं हिसाब ला लो,
एक टाणी तो किन्नियां कलमां बन जांदियां ने। पूरे जंगल ने जिन्ने धरती दे, इन्हां नूं कट के इन्हां दियां कलमां बना लो। जिन्ने बड़े 7 समुंदर मन्ने गए ने, 7 समुंदरां दे पानी दी स्याही बना लो ते हवा दे वांग तेज लिखना करो ते फिर भी नहीं लिखिया जा सकता। महाराज ने बाणी च आख्या नहीं, 7 समुंदर मस करो कलम करो बंदराए, बसदा कागज जौ करो हर जस लिखन न जाए। नहीं लिखिया जा सकता। और जिन्होंने ने परमात्मा नूं मन लिया, बिल्कुल उन्हां बारे भी कुछ नहीं लिखिया जा सकता है और उन्हां दी अवस्था नूं भी बयान नहीं किया जा सकता है। महाराज कह रहे ने, कहंदे कागद कलम ना वो कागज बने है जिहदे ते पूरी तरह बयान किया जाए, ना वो हाले कलम बनी है भी जिहदे नाल लिखिया जाए, ना हाले कोई लिखण वाला बने। बड़े बड़े लिखारी होए ने इत्थे, बड़े बड़े लिखारियां ने बड़ा कुछ लिखिया है। किसी ने किसी खेत्र च लिखिया, किसी ने किसी खेत्र बारे लिखिया। असीं उन्हां दे ग्रंथ, उन्हां दी किताबां, उन्हां दी बुक्स बड़ा कुछ असीं पढ़दे हां, पर परमात्मा दे बारे जिन्हां ने लिखना चाहिया उन्होंने लिखना शुरू किया। अंते लिखता भी तेरे अंते नहीं पाया जा सकता, असीं लिख ही नहीं सकते। तेरे बारे तो कुछ भी नहीं लिखिया जा सकता, बस ये लिखिया जा सकता नेत नेत कथंत बेदा, भी ओदा कोई अंत नहीं है, वो एंडलैस है, वो अंत रहत है, हर चीज़ का अंत है। परमात्मा का कोई अंत है? परमात्मा का कोई एंड है? इस करके महाराज कह रहे ने, कहते जिन्हां ने मन लिया जोर उत्थे है, ना तो उन्हां बारे कोई सही रूप दे विच बयान कर सकता है, तो ना उन्होंने कोई उन्हां बारे कागज ते कलम नाल लिख सकता है, ना कोई लिखण वाला होया। सतगुरु कहने लगे, कहंदे मन्ने का बह करन विचार। जदों कुछ ना बने, किसी काम नूं अपने पिंड वाले घर वाले जां कोई होर काम करना चाहण भी चलो मैं करदा, वो कहे मेरे तो भी नहीं हुंदा। कोई होर आ जाए सज्जे खब्बे ला मैं करदा, भाई तू जोर ला ला, वो भी जोर ला के टक्करां मार के हंब हार जाए, कहे भी मेरे तो भी नहीं हुंदा। कोई तीजा बंदा आ जाए, दूजे पिंड चों आ जाए, दूजे शहर चों आ जाए, दूजे देश चों आ जाए, दूजी दुनिया चों आ जाए, हर बंदा हथ खड़े करी जाए भी मेरे तो नहीं लिखिया जाता जी, मेरे तो नहीं ये काम हुंदा। फिर सारे बैठ के विचार करनगे भी कमाल हो गई, किसी तो भी नहीं हुंदा। इह तां ਉਹਦੇ ਬਾਰੇ डिस्कस होएगी ना भी हुण किवें करिए, दा की हल करिए, कितों भी नहीं हो रहा है काम। परमात्मा दे बारे बहुत सारियां ने लिखना चाहिया, परमात्मा दे बारे बहुत सारियां ने कहना भी चाहिया। ਜਿਹੜੇ परमेश्वर का रूप हो गया, जिन्हों ने उन्होंने मन लिया, ਉਹਦੇ ਵਿੱਚ ਉਹਨਾਂ बारे भी बड़िया ने कहना चाहिया। पर सतगुरु कहते ना कोई ऐसा कागज ना कलम तो ना लिखनहार। अगली गल जिहड़ी आखी है, कहते फिर उन्हों दे बारे लोग बैठ बैठ के विचारा कर लग पे। मन्ने का मनन वालियां दा बह बह के कट्ठे होके करन विचार, विचारा कर लग पे। भी कमाल हो गई। आता की कीता जाए हुण? वो विचारा करते भी हंब गए, कोई विचों रास्ता नहीं निकलिया, कोई विचों कोई हल नहीं निकलिया। अखीर उन्होंने भी कहना पिया भी उन्होंने बारे तक कहा ही नहीं जा सकता। ये वड्डी खेड है महाराज जी पहली पौड़ी दे विच कह रहे हैं। ये मनण दी पहली पौड़ी नूं बहुत बारीकी दे नाल समझना तुसां ने। महाराज किरपा करन असीं मन्ने वाले पासे आ जाइए। मन्ने की गत इहदा ला ही उचारण करियो। दुलावां करतियां अर्थां 'च फर्क पैगा। मैं कल नूं बेनती करांगा तुहाडे सन्मुख, क्योंकि अगलियां पौड़ियां दे विच मम्मे नूं 2 लावां ने, 3 पौड़ियां दे विच मम्मे नूं 2 लावां ने। पहली पौड़ी दे विच सिर्फ मम्मे नूं 1 ला है। और महाराज ने पहली पौड़ी दे विच वखरी गल कीती है, बाकी दी 3 पौड़ियां दे विच थोड़ी वखरी गल कीती है। सानूं वेखण नूं इक्को जिहा लगदा सारा कुछ, कोई अंतर नहीं लगदा, ना पढ़न वेले लगदा ना समझण वेले लगदा, क्योंकि उन्नी एकाग्रता उन्नी जिहड़ी असीं ध्यान शायद नहीं दे सके। बहुती बारी तो यह हुंदा ते कई बारी ऐसा वेखीदा भी जे कोई कहंदा भी इन्हां नूं, वो कहंदा जी महाराज तो भुल गए होणगे जां उन्होंने ध्यान नहीं दिता, जां चलो कोई नहीं जे नहीं लग्या तो आपां नूं चरण च की फर्क है। जां बहुती बार बंदा यह कहंदा भी कोई फर्क नहीं पैंदा। फर्क बड़ा पैंदा प्यारे, अर्थां च फर्क पैंदा है, भाव अर्थां च फर्क पैंदा है, और सिद्धांत का फर्क पै जांदा। होर छड्डो, चलो पढ़न वेले कोई बहुता नहीं लगता, पर सिद्धांतक तौर पर इतना वड्डा फर्क पै जाता है जिन्हों फिर असीं किसी तरह भी लोट नहीं कर सकते। सब तो वड्डी सिद्धांतक गलती नहीं होनी चाहिए।
ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਇੱਕ ਕਹਿਤਾ ਵੀ ਪ੍ਰਮਾਤਮਾ ਇੱਕ ਹੈ, ਇਹ ਨਹੀਂ ਗਲਤ ਹੋਣਾ ਚਾਹੀਦਾ, ਬਸ ਇਹਨੂੰ ਮੇਨ ਰੱਖਣਾ ਚਾਹੀਦਾ। ਮਹਾਰਾਜ ਚਲੋ ਕਹਿ ਰਹੇ ਨੇ, ਕਹਿੰਦੇ ਨੇ ਭਾਈ ਮੰਨਣ ਵਾਲਿਆਂ ਦੀ ਕੀ ਅਵਸਥਾ ਹੋ ਜਾਂਦੀ ਹੈ। ਹੁਣ ਇੱਥੇ ਜਿਨ੍ਹਾਂ ਨੇ ਮੰਨ ਲਿਆ, ਮੰਨੇ ਕਾਬੈ ਕਰਨ ਵਿਚਾਰ, ਲੋਕ ਉਹਨਾਂ ਬਾਰੇ ਬੈਠ ਬੈਠ ਕੇ ਵਿਚਾਰਾਂ ਕਰਦੇ ਨੇ। ਕਹਿੰਦੇ ਐਸਾ ਨਾਮ ਨਿਰੰਜਨ ਹੋਏ, ਵਾਹਿਗੁਰੂ ਜੀ ਦਾ ਨਾਮ ਐਸਾ ਹੈ, परमेश्वर का नाम ऐसा है, परमात्मा का नाम ऐसा निरंजन, निरंजन दो शब्दों के सुमेल तो बनया। कालख रहत है हो, माया रहत है हो, ਉਹਦੇ ਤੇ ਕਿਸੇ भी तरह की कोई मैल नहीं है परमेश्वर के नाम के उपर। कहते ने ऐसा नाम निरंजन होए, परमात्मा का नाम ऐसा है, जे को मन जाना मन कोई। आ दो शब्द आए ने, ये बार बार पंक्ति आनी है, बड़े ध्यान नाल सुनियो, अगे सौखा हो जू थोड़ा जिहा। कहन लगे जे कोई मन जाना, इनू मन लवे, मम्मे के उपर टिप्पी है, ਇਹਦੇ ਉੱਪਰ ਟਿੱਪੀ ਹੈ, ਇਹਦਾ ਉਚਾਰਨ ਜ਼ੋਰ ਦੇ ਕੇ ਮਨ ਕਰਨਾ ਹੈ, ਮਨ ਜਾਣਾ ਹੈ। ਜੇ ਕੋਈ ਮਨ ਜਾਣਾ ਹੈ, ਮਨ ਲਵੇ, ਜਾਣ ਲਵੇ, ਅੱਗੇ ਪੋਲਾ ਜਿਹਾ ਉਚਾਰਨ ਕਰਨਾ, ਮਨ ਕੋਏ, ਅੱਗੇ ਮਨ ਦੇ ਨੰਨ ਨੂੰ ਸਿਹਾਰੀ ਹੈ। ਇੰਨਾ ਕੁ ਕਰਨ ਦੇ ਨਾਲ ਵੀ ਫਰਕ ਪੈ ਜਾਏਗਾ। ਪਹਿਲੇ ਮਨ ਦਾ ਅਰਥ ਹੈ ਮੰਨਣ ਤੋਂ, ਦੂਸਰੇ ਮਨ ਦਾ ਅਰਥ ਹੈ ਮਨ ਤੋਂ। ਜਿਨ੍ਹਾਂ ਨੇ ਮਨ ਕਰਕੇ ਮੰਨ ਲਿਆ, मन चो मन लिया, आ बारीकी दे नुकते ने, महाराज कृपा करना किते पता लग जाए। सतगुरु सच्चे पातशाह कहंदे भाई फिर की है, जे कोई इस तरह मन लैंदा है, अपने मन दे विच मन लैंदा है, जान लैंदा है, समझ लैंदा है परमेश्वर दा नाम ऐसा, ते फिर उन्हां दी गति नहीं कही जा सकती, उन्हां दी अवस्था नूं एक्सप्लेन नहीं किया जा सकता, उन्हां दी अवस्था नूं जिहड़ा सी बयान नहीं किया जा सकता। हाँ, जे कोई कहण दा यतन करदा है, मुड़ के उन्हूं पछतावा करना पैंदा, अपने शब्द वापस लैणे पैंदे ने भी मैं पहलां इउं कहंदा सी, पर इउं नहीं, मेरी समझ छोटी है, मेरी मत छोटी है, मैं गलत कहंदा रहा, परमात्मा तां इस तों भी वड्डा है। उन्हूं मनण वाले तां बहुत उच्चे सुच्चे ते उहदे वर्गे ने, कलम नाल कागज नाल कोई लिखारी लिख नहीं सकता। और बैठ बैठ के जिन्नियां मर्जी कोई विचारां करी जाए, वो विचारां दे विचों भी इस संबंधी कुछ नहीं निकलदा। महाराज गुरु नानक साहिब जी कृपा करन, रहमत करन, उन्हां दा सूखम भेद जिहड़ा उन्हां ने रखिआ, ये साडी समझ विच आ जाए। मन्ने और मन्नै नूं असीं समझ सकीए, पहलां उचारण शुद्ध करिए, उचारण सही करिए, फिर इन्हां दे अर्थ क्लीयर होणगे। अर्थ क्लीयर होणगे, जपजी साहिब पढ़न दा ही आनंद आएगा, ਵੱਖਰਾ ਜਿਹਾ ਆਨੰਦ ਆਏਗਾ। बार बार पढ़न नूं जी करेगा, बार बार पाठ करन नूं जी करेगा। गुरु कृपा करन ये सानू समझ आ जाए, ये सानू पता लग जाए, असीं इस ढंग दे नाल शरधा भावना नाल और शुद्ध ते स्पष्ट शुद्ध उचारण करके बाणी दा जदों पाठ करांगे, फिर महाराज सच्चे पातशाह जी दी अपार कृपा होवेगी। सतगुरु सच्चे पातशाह जी दे पावन पवित्र उपदेशां दी विचार करदे हां, होइयां बेअंत प्रकार दीयां गलतियां महाराज कृपा करके खिमा करनगे। आप जी ने अरदास कर सतगुरु अपने सारियां दे सिर ते इसे तरह मेहर दा हथ रखण। आपां बाणी नूं विचारीए और विचार के मन्नीए, मन के हिरदे च वसाईए, ते फिर जिहड़ा सी साडे लोक सुखीए पर लोक सुहेले। नानक हर प्रभ आपे मेले। धन्नवाद सारियां दा। आओ अंतलियां दो पंक्तियां पढ़ के फतेह दी सांझ पाईए। श्री आनंद साहिब जी दे पाठ विच जुड़ीए जी। ऐसा नाम निरंजन होए, जे को मन जाने मन कोए। वाहिगुरु जी का खालसा, वाहिगुरु जी की फतेह।